ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਮੈਂ ਦਲਜੀਤ ਸਿੰਘ ਬ੍ਰਿਸਬੇਨ ਦੇ ਸਟੂਡੀਓ ਤੋਂ ਤੇ ਅੱਜ ਮੇਰਾ ਸਾਥ ਨਿਭਾਉਣਗੇ ਹਰਜੀਤ ਲਸਾੜਾ ਜੀ, ਜਿਹੜੇ ਕਿ ਬ੍ਰਿਸਬੇਨ ਤੋਂ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਨੇ। ਅੱਜ ਦੀ ਜਿਹੜੀ ਸਾਡੀ ਮੁਲਾਕਾਤ ਆ, ਗੱਲਬਾਤ ਆ, ਉਹਦੇ ਵਿੱਚ ਅਸੀਂ ਵਿਚਾਰ ਚਰਚਾ ਇਸੇ ਮਾਮਲੇ ਤੇ ਕਰਨੀ ਆ ਕਿ ਅੱਜ ਦੇ ਯੁੱਗ ਦੀ ਅਸੀਂ ਗੱਲ ਕਰੀਏ। ਬੜਾ ਕੰਪਿਊਟਰਾਈਜੇਸ਼ਨ ਜੇ ਆਪਾਂ ਕਹਿ ਦਈਏ ਉਹ ਹੋ ਗਿਆ ਆ, ਡਿਜੀਟਲ ਦਾ ਜ਼ਮਾਨਾ ਆ ਗਿਆ। ਬੰਦੇ ਦੇ ਹੱਥ ਦੇ ਵਿੱਚ ਜਾਂ ਕਹਿ ਲਓ ਸੋਚਣ ਸ਼ਕਤੀ ਘਟ गई आ, मशीनां साडी जगह के उत्ते सोचनियां शुरू हो गई। पर जिथे जिथे सानू सहूलतां बहुत ज़्यादा दित्तियां आ डिजिटल वर्ल्ड ने, नाल दी नाल बहुत सारियां समस्यावां भी पैदा हो चुकियां ने। इन्हां समस्यावां दे उत्ते जिहड़ी विचार चर्चा आ वो भी करनी बनदी है। ते अज इस प्रोग्राम दे विच असीं यही मुद्दा मेन रखना आ कि जिहड़े ये डिजिटल समस्यावां आ रहीआं आ किस तरीके दे नाल आ हरजीत लसाड़ा दे नाल साਂਝੀ करनी आपां। सत श्री अकाल लसाड़ा साहब। सत श्री अकाल जी। तो लसाड़ा साहब, जिद्दां मैं जिक्र किया इस गल का कि अज का जिहड़ा जमाना है डिजिटल हो चुका, कि अज असीं उंगलों के उत्ते कह लो कि वर्ल्ड आ चुका, पर नाल दी नाल बहुत सारियां डरावनियां जिहियां टर्मां इदां दियां आ चुकियां जिद्दां कंप्यूटर के स्टाइल की जिवें आपां जां कंप्यूटर की भाषा दे विच कह दईए एक डार्क वैब मैं देख रहा सी, डीप वैब, सिल्क रोड, ईवन कि ये भी मैं सुनिया है कि हथियारां की खरीदो फरोख्त जां समगलिंग का मामला आ, ये भी कह लो कि ऑनलाइन ही सारा सिस्टम चल गया। ऑनलाइन ठगियां दे भरमार आ अजकल, ते निजी जिहड़ियां चीज़ां आ साडियां ਉਹ ਰਹੀਆਂ ਹੀ ਨਹੀਂ। ਇੱਕ ਤਰ੍ਹਾਂ ਦੇ ਨਾਲ ਬਹੁਤ ਹੀ ਕਹਿ ਲਓ ਕਿ ਇੱਕ ਬੰਦੇ ਦੇ ਅੱਗੇ ਸਮੱਸਿਆਵਾਂ ਪੈਦਾ ਹੋ ਗਈਆਂ। ਆਪਣਾ ਜਾਣੀ ਕਹਿ ਲਓ ਕਿ ਆਪਣਾ ਪ੍ਰਾਈਵੇਟ ਕੁਝ ਵੀ ਰੱਖਣਾ ਉਹ ਇੱਕ ਅਸੰਭਵ ਜਿਹਾ ਹੋ ਗਿਆ ਔਨਲਾਈਨ ਯੁੱਗ ਦੇ ਵਿੱਚ। ਕੀ ਸੋਚਦੇ ਹੋ ਤੁਸੀਂ? ਦੀ ਦਲਜੀਤ ਜੀ ਧੰਨਵਾਦ। ਜਿਸ ਉਤਾਵਲੇਪਨ ਦੇ ਨਾਲ ਤੁਸੀਂ ਇੰਨੀਆਂ ਟਰਮਸ ਸੁਣਾਤੀਆਂ ਆਈਟੀ ਦੀਆਂ, ਮੈਨੂੰ ਲੱਗਦਾ ਤੁਹਾਨੂੰ ਤਾਜੀ ਕੋ ਠੱਗੀ ਵੱਜੀ ਜਾਣੀ। ਨਹੀਂ, ਠੱਗੀ ਆਪਣੇ ਨੇ, ਪਰ ਜਦੋਂ ਦੇਖੀਦਾ ਅਖਬਾਰਾਂ ਦੇ ਵਿੱਚ ਅੱਜ ਕੱਲ੍ਹ ਜੇ ਦੇਖੀਏ ਕਈ ਤਰ੍ਹਾਂ ਦੇ ਫੋਨ ਆਉਂਦੇ ਆਪਣੇ, ਜੇ ਆਪਾਂ ਦੇਖੀਏ ਕਿ ਉਹਦੇ ਵਿੱਚ ਜਾਂ ਮੈਸੇਜ ਆਉਂਦੇ ਆ ਤਰੀਕੇ ਦੇ ਨਾਲ, ਤੁਸੀਂ ਉਹਦੇ ਉੱਤੇ ਕਲਿੱਕ ਕਰਦੇ ਆ। ਕਈ ਵਾਰੀ ਖਾਸ ਤੌਰ 'ਤੇ ਆਪਾਂ ਬ੍ਰਿਸਬੇਨ ਦੇ ਵਿੱਚ ਬੈਠੇ, ਇੱਥੇ ਇਹੋ ਜਿਹੀਆਂ ਠੱਗੀਆਂ ਵੱਜੀਆਂ ਕਿ ਫੋਨ ਆਉਂਦਾ ਤੁਹਾਨੂੰ, ਫੋਨ ਦੇ ਉੱਤੇ ਤੁਹਾਡੇ ਤੋਂ ਜਿਹੜੀ ਜਾਣਕਾਰੀ ਆ ਤੁਹਾਡੀ ਜਿਹੜੀ ਕਿ ਨਿੱਜੀ ਆ ਉਹ ਇਸ ਤਰੀਕੇ ਦੇ ਨਾਲ ਭਰਮਾ ਲਿਆ ਜਾਂਦਾ। ਤੁਹਾਡਾ ਵੀਜ਼ਾ ਖਤਰੇ ਦੇ ਵਿੱਚ ਆ ਜਾਂ ਤੁਹਾਡੀ ਬੈਂਕ ਦੇ ਨਾਲ ਕੁਛ ਹੈਗਾ ਜਾਂ ਤੁਹਾਡੇ ਪੈਸੇ ਕਿਸੇ ਨੇ ਯੂਜ਼ ਕਰ ਲਿਆ, ਤੁਹਾਨੂੰ ਇੱਦਾਂ ਡਰਾ ਦਿੱਤਾ ਜਾਂਦਾ ਕਿ ਤੁਸੀਂ ਆਪਣੀ ਨਿੱਜੀ ਜਾਣਕਾਰੀ ਉਹਦੇ ਨਾਲ ਨਸ਼ਰ ਕਰ ਲੈਂਦੇ ਆ ਤੇ ਉਹਦੇ ਨਾਲ ਹੀ ਠੱਗੀ ਜਿਹੜੀ ਆ ਵੱਜ ਜਾਂਦੀ ਆ। ਆਲੇ ਦੁਆਲੇ ਆਪਾਂ ਦੇਖਦੇ ਤੇ ਇਹ ਇੱਕ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਬਹੁਤ ਕ੍ਰਾਈਮ ਰੇਟ ਵੱਧਦਾ ਜਾ ਰਿਹਾ ਜੀ। ਦਲਜੀਤ ਜੀ, ਇਸ ਚਰਚਾ ਦੇ ਉੱਪਰ ਮੈਂ ਆਉਣਾ। ਦਰਅਸਲ ਇਹ ਨਾ ਜਿਹੜੀਆਂ ਤੁਸੀਂ ਇਹ ਠੱਗੀਆਂ ਕਹੀਆਂ ਆ ਹੁੰਦੀਆਂ ਸਾਰੀਆਂ ਇੰਟਰਨੈਟ ਦੇ ਉੱਪਰ ਹੀ ਆ, ਸਾਰੀਆਂ ਇਹ ਆਈਟੀ ਨਾਲ ਸੰਬੰਧਿਤ ਹੀ ਆ ਨਾ। ਲੇਕਿਨ ਇਹ ਠੱਗੀਆਂ ਦੇ ਵਿੱਚ ਨਾ ਥੋੜ੍ਹਾ ਕਹਿ ਲਓ ਕਿ ਡਿਫਰੈਂਸ ਆ। ਅੱਛਾ, ਜਿਹੜੀ ਇਹ ਫੋਨ ਦੀ ਠੱਗੀ ਆ ਜਾਂ ਮੈਸੇਜ ਪਾ ਕੇ ਤੁਹਾਨੂੰ ਠੱਗੀ ਆ, ਇਹ ਉਹ ਨਾ ਬੰਦਿਆਂ ਦੀ ਕਾਰੀਗਰੀ ਆ, ਦਿਮਾਗ ਦੀ ਕਾਰੀਗਰੀ ਕਿ ਤੁਹਾਨੂੰ ਗੱਲਾਂ 'ਚ ਫਸਾ ਲਿਆ। ਤੁਸੀਂ ਮੰਨ ਗਏ ਕਿ ਉਹ ਤਾਂ ਜੀ ਇਮੀਗ੍ਰੇਸ਼ਨ ਤੋਂ ਬੋਲਦੇ ਆ, ਜਾਂ ਤੁਸੀਂ ਤੁਹਾਡਾ ਐਕਸੀਡੈਂਟ ਹੋਇਆ ਜੀ, ਉਹ ਤਾਂ ਫਿਰ ਉਹਨਾਂ ਦਾ ਲਾਇਰ ਹੀ ਬੋਲਦਾ ਆ। ਇਹ ਤੁਹਾਡੀ ਜ਼ੁਬਾਨ ਜਿਹੜੀ ਤੁਹਾਨੂੰ ਪਕੜ ਕੇ ਰੱਖ ਲੈਂਦੀ ਆ ਤੇ ਤੁਹਾਡੇ ਕੋਲੋਂ ਡਾਕੂਮੈਂਟ ਵਗੈਰਾ ਸੈਂਡ ਕਰਕੇ ਸਾਈਨ ਕਰਵਾ ਲੈਂਦੇ, ਪੈਸੇ ਠੱਗੀ ਵੱਜ ਜਾਂਦੀ ਆ। ਦੂਸਰੀ ਠੱਗੀ ਹੈਗੀ ਆ ਜਿਹੜੀ ਇੰਟਰਨੈਟ ਦੇ ਉੱਪਰ, ਕਿ ਜਿੱਦਾਂ ਦਲਜੀਤ ਜਿਹੜਾ ਆਪਾਂ ਇੰਟਰਨੈਟ ਵਰਤਦੇ ਆ ਨਾ, ਜੇ ਮੈਂ ਕਹਿ ਲਵਾਂ ਕਿ ਆਹ ਮੇਰੇ ਕੋਲ ਇੱਕ ਇੰਟਰਨੈਟ ਹੈ ਪੂਰਾ, ਆਪਾਂ ਉਹਦੇ ਵਿੱਚੋਂ ਸਿਰਫ 10% ਜਿਹੜਾ ਸਾਨੂੰ ਇੰਟਰਨੈਟ ਲੱਗਦਾ ਨਾ, ਉਹ 10% ਇੰਟਰਨੈਟ ਆ। ਸਾਨੂੰ ਲੱਗਦਾ ਕਿ ਇਹੀ ਹੈ ਸਾਰਾ ਕੁਝ, ਤੇ ਸਾਨੂੰ ਲੱਗਦਾ ਕਿ ਇਸ 10% ਦੇ ਵਿੱਚ ਇਹ ਸਾਰੀ ਦੁਨੀਆ ਫਰੋਲੀ ਜਾਂਦੇ ਆ। ਜਿੱਦਾਂ ਆਪਾਂ ਬੜੇ ਆਰਾਮ ਨਾਲ ਕਹਿ ਦਿੰਦੇ ਨਾ ਛੇਕੀ ਦੇ ਵਿੱਚ ਵੀ ਕਈ ਵਾਰ ਕਿ ਗੂਗਲ ਤੇ ਜੋ ਮਰਜ਼ੀ ਸਰਚ ਕਰੀ ਜਾਓ, ਸਰਚ ਕਰ ਲਓ। ਨਹੀਂ, ਇਹ ਸੱਚਾਈ ਨਹੀਂ ਹੈਗੀ ਦਲਜੀਤ ਜੀ। ਗੂਗਲ ਵੀ ਉਸ 10% ਦੇ ਇੱਕ ਹਿੱਸੇ ਦੇ ਵਿੱਚ ਹੀ ਆਉਂਦਾ ਆ। ਜਿਹੜਾ 90% ਹਿੱਸਾ ਆ, ਜਿਹੜੀ ਤੁਸੀਂ ਟਰਮਸ ਬੋਲੀਆਂ ਨੇ ਨਾ, ਡੀਪ ਵੈਬ ਜਾਂ ਡਾਰਕ ਵੈਬ, ਇਹ ਸਾਰੀਆਂ ਉਸ 90% ਦਾ ਹਿੱਸਾ ਆ। ਸੋ ਮੈਂ ਇੰਟਰਨੈਟ ਨੂੰ ਜੇ 3 ਹਿੱਸਿਆਂ 'ਚ ਵੰਡ ਦੇਵਾਂ, ਇੱਕ ਆਹ ਹਿੱਸਾ ਜਿਹੜਾ 10% ਆ, ਇਹਨੂੰ ਆਪਾਂ ਕਹਿੰਦੇ ਸਰਫਸ ਵੈਬ, ਜਿਹੜਾ ਅਸੀਂ ਵਰਤਦੇ ਆ। ਫੇਸਬੁੱਕ ਚਲਾ ਲਈ, ਮਾੜੀਆਂ ਮੋਟੀਆਂ ਈਮੇਲਾਂ ਦੇਖ ਲਈਆਂ, ਹਲਕੇ ਫੁਲਕੇ ਮੈਸੇਂਜਰ ਜਿਹਾ ਚਲਾ ਲਿਆ, ਜਾਂ ਤੁਸੀਂ ਗੂਗਲ ਤੇ ਕੋਈ ਸਰਚ ਮਾਰ ਲਈ, ਜਾਂ ਹੋਰ ਵੀ ਖਾਸ ਤੌਰ ਤੇ ਆਪਾਂ ਮੈਜੋਰਟੀ ਇਹ ਦੇਖੀ ਆ ਆਪਣੇ ਆਲੇ ਦੁਆਲੇ ਜਾਂ ਕਾਮਨ ਚੀਜ਼ਾਂ ਆਪਾਂ ਕਰਦੇ, ਆਹੀ ਚੀਜ਼ਾਂ ਯੂਜ਼ ਕਰਦੇ, ਬਾਕੀ ਤਾਂ ਕਿਤੇ ਕਰਦੇ ਨਹੀਂ। ਇਸ ਤੋਂ ਬਾਅਦ ਸਾਡੇ ਕੋਲ ਇੱਕ ਪੂਰਾ ਡੀਪ ਵੈਬ ਦਾ 90% ਹਿੱਸਾ ਆਉਂਦਾ ਆ, ਜਿਹਦੇ ਵਿੱਚ ਤੁਹਾਡੇ ਜਿੱਦਾਂ ਕੁਛ ਮੈਸੇਂਜਰਸ ਦੀ ਆਪਾਂ ਗੱਲ ਕਰਨੇ ਆ, ਜਾਂ ਵਟਸਐਪ ਦਾ ਮੈਸੇਂਜਰ ਆ, ਜਾਂ ਫੇਸਬੁੱਕ ਦਾ ਮੈਸੇਂਜਰ ਆ, ਜਾਂ ਤੁਸੀਂ ਕਹਿੰਦੇ ਵੀ ਜੀਮੇਲ ਬੜੀ ਜੀ ਸੁਰੱਖਿਅਤ ਆ। ਇਹ ਕਿਉਂਕਿ ਉਸ ਸਰਫੇਸ ਦੇ ਵਿੱਚ ਚੱਲਦੀ ਹੈ, ਉੱਪਰਲੀ ਸਰਫੇਸ ਨਾਰਮਲ 'ਚ ਨਹੀਂ ਚੱਲਦੀ। ਜੇ ਅਗਰ ਉੱਪਰਲੀ ਚੱਲਦੀ ਹੋਵੇ ਨਾ, ਤਾਂ ਇਹਦਾ ਤਾਂ ਮਤਲਬ ਕਿ ਕੋਈ ਕ੍ਰੈਡੀਬਿਲਿਟੀ ਨਹੀਂ ਰਹਿਣੀ ਹੈਗੀ ਕਿ ਹੈਕ ਹੋ ਜਾਇਆ ਕਰਕੇ ਦੂਸਰੇ ਤੀਸਰੇ ਦਿਨ ਨਹੀਂ। ਬਾਕੀ ਦੀਆਂ ਜਿਹੜੀਆਂ ਈਮੇਲਸ ਆ ਉਹ 'ਚ ਅਸੀਂ ਭਰੋਸੇਯੋਗਤਾ ਇਸ ਕਰਕੇ ਦਿਖਾਉਂਦੇ ਕਿਉਂਕਿ ਉੱਪਰਲੀ ਸਰਫੇਸ ਤੁਹਾਨੂੰ ਲੱਗਦਾ ਜੀਮੇਲ ਜਿਹੜੀ ਆ ਉਹ ਜ਼ਿਆਦਾ ਸੁਰੱਖਿਅਤ ਆ ਐਸ ਕੰਪੇਅਰ ਟੂ ਅਦਰ ਜਿਹੜੀ? ਮੈਂ ਹੁਣ ਇਹ ਤਾਂ ਨਹੀਂ ਕਹਾਂਗਾ ਵੀ ਉਹ ਸੁਰੱਖਿਅਤ ਆ, ਕਿਉਂਕਿ ਜਿਨ੍ਹਾਂ ਨੇ ਹੈਕ ਕਰਨਾ ਉਹ ਜੀਮੇਲ ਨੂੰ ਵੀ ਹੈਕ ਕਰ ਸਕਦੇ, ਲੇਕਿਨ ਫਿਰ ਵੀ ਉਹ ਇੱਕ ਸੁਰੱਖਿਅਤ ਜ਼ੋਨ ਦੇ ਵਿੱਚ ਹੈਗੀ ਆ। ਉਹਦੇ ਵਿੱਚ ਉਹਦੀਆਂ ਜਿਹੜੀਆਂ ਵੀ ਪ੍ਰੋਗਰਾਮਿੰਗ ਕਮਾਂਡਸ ਚੱਲਦੀਆਂ ਆ। ਇਸ 90% ਡੀਪ ਵੈਬ ਦੇ ਵਿੱਚ ਇੱਕ ਹਿੱਸਾ ਆਉਂਦਾ ਹੈ ਡਾਰਕ ਵੈਬ ਦਾ,
ਜਿਹੜਾ ਤੁਸੀਂ ਕਹਿੰਦੇ ਆ ਨਾ ਵੀ ਉੱਪਰ ਫਰਾਡ ਚੱਲਦੇ ਨੇ ਜਾਂ ਨਸ਼ਿਆਂ ਦੀ ਡਰੱਗਸ ਰੈਕਟ ਚੱਲਦੇ ਨੇ ਜਾਂ ਹਥਿਆਰਾਂ ਦੀ ਖਰੀਦੋ ਫਰੋਖਤ ਹੁੰਦੀ ਆ, ਉਹ ਉਸ ਡਾਰਕ ਵੈਬ ਦਾ ਜਿਹੜਾ ਹਿੱਸਾ ਆ ਇਸ ਪੂਰੇ ਇੰਟਰਨੈਟ ਦਾ, ਉਹਦੇ ਵਿੱਚ ਚੱਲਦਾ ਆ। ਉੱਥੇ ਤੱਕ ਪਹੁੰਚਣਾ ਬਹੁਤ ਮੁਸ਼ਕਲ ਆ। ਉਹ ਇੱਕ ਟਰਮ ਤੁਸੀਂ ਬੋਲੀ ਸੀ ਸਿਲਕ ਰੋਡ, ਮੈਂ ਉਹਨਾਂ ਦੇ ਉੱਪਰ ਆਉਂਦਾ ਜਾਂਦਾ ਆ। ਇਹ ਰੈਕਟ ਦੇ ਨਾਂ ਨੇ ਜਿਹੜੇ ਕਿ ਕਿਸੇ ਟਾਈਮ ਫੜੇ ਗਏ ਸੀਗੇ। ਵੈਸੇ ਤਾਂ ਦਲਜੀਤ ਜੀ ਜਿਹੜਾ ਇਹ ਡਾਰਕ ਵੈਬ ਦੀ ਜਿਹੜੀ ਟਰਮ ਆ, ਇਹਦੀ ਸ਼ੁਰੂਆਤ ਹੋਈ ਸੀਗੀ ਅਮਰੀਕਾ ਤੋਂ। ਅੱਛਾ। ਅਮਰੀਕਾ ਦੀ ਜਿਹੜੀ ਸੈਨਾ ਸੀਗੀ, ਸੈਨਾ ਦੇ ਵਿੱਚ ਦੇਖੋ ਇੰਟਰਨੈਟ ਦੀ ਸ਼ੁਰੂਆਤ ਵੀ ਅਮਰੀਕਾ ਨੇ ਆਪਣੀ ਸੈਨਾ ਦੇ ਵਿੱਚ ਹੀ ਕੀਤੀ ਸੀ ਕਿ ਇਨਫੋਰਮੇਸ਼ਨ ਦਾ ਆਦਾਨ ਪ੍ਰਦਾਨ ਕਰਨਾ ਆ। ਉਸ ਤੋਂ ਬਾਅਦ ਜਿੱਦਾਂ ਜਿੱਦਾਂ ਵਰਲਡ ਫਿਰ ਤਰੱਕੀ ਕਰਦਾ ਗਿਆ, ਉਹਨਾਂ ਨੇ ਇਸ ਚੀਜ਼ ਨੂੰ ਇੰਟਰਨੈਟ ਨੂੰ ਖਿਲਾਰਤਾ ਸਾਰੀ ਦੁਨੀਆ ਦੇ ਵਿੱਚ, ਉਹਦਾ ਹੀ ਉਹ ਪੈਸਾ ਬਣਾਉਂਦੇ ਆ। ਲੇਕਿਨ ਇਹਦੇ ਵਿੱਚ ਵੀ ਉਹਨਾਂ ਨੇ ਥੋੜ੍ਹੀਆਂ ਚੀਜ਼ਾਂ ਲੁਕੋ ਕੇ ਰੱਖੀਆਂ, ਆਹ ਪੋਰਸ਼ਨ ਵੰਡ ਦਿੱਤੇ। ਇਹ ਚੀਜ਼ਾਂ ਉਦੋਂ ਵੀ ਚੱਲਦੀਆਂ ਸੀਗੀਆਂ ਵੈਬ ਦੀਆਂ, ਡੀਪ ਵੈਬ ਦੀਆਂ ਤੇ ਡਾਰਕ ਵੈਬ ਦੀਆਂ। 1990 ਦੇ ਵਿੱਚ ਅਮਰੀਕੀ ਸੈਨਾ ਨੇ ਇਹਨੂੰ ਸ਼ੁਰੂਆਤ ਕੀਤੀ ਆ ਇਸ ਡਾਰਕ ਵੈਬ ਦੀ। ਸਾਨੂੰ ਤਾਂ ਸਿਰਫ ਉਨਾ ਹੀ ਦਿਖਾਇਆ, ਉਨੇ ਵਰਤਨ ਨੂੰ ਕਿਹਾ ਜਿਹੜਾ ਓਪਨ ਸਰਫੇਸ ਵੈਬ ਆ। ਸੋ ਇਹਦੇ ਵਿੱਚ ਇਹ ਆਪਣੀ ਖੁਫੀਆ ਜਾਣਕਾਰੀਆਂ ਨਸ਼ਰ ਕਰਦੇ ਸੀ। ਸੋ ਉਦੋਂ ਉਸ ਸੈਨਾ ਦਾ ਇਕੱਲਾ ਉਨਾ ਹੀ ਹਿੱਸਾ ਸੀਗਾ। ਹੌਲੀ ਹੌਲੀ ਪ੍ਰੋਗਰਾਮਿੰਗ ਵੱਧਦੀ ਗਈ ਆ, ਨਵੀਆਂ ਟੂਲਸ ਆਉਣੇ ਸ਼ੁਰੂ ਹੋ ਗਿਆ, ਟੈਕਨੀਕਸ ਵੱਧ ਗਈਆਂ, ਪੂਰੇ ਵਰਲਡ ਦੇ ਵਿੱਚ ਪ੍ਰੋਗਰਾਮਰ ਵਿਕਸਿਤ ਹੋ ਗਏ ਵਧੀਆ ਵਧੀਆ ਕੰਟਰੀ 'ਚ। ਅੱਜ ਤਾਂ ਜਿਹੜੇ ਚਾਈਨੀਜ਼ ਪ੍ਰੋਗਰਾਮਰ ਆ ਉਹ ਅਮਰੀਕਨ ਨੂੰ ਵੀ ਮਾਰ ਦਿੰਦੇ ਆ। ਸਾਡੀਆਂ ਇਮੀਗ੍ਰੇਸ਼ਨ ਦੀਆਂ ਸਾਈਟਾਂ ਚਾਈਨੀਜ਼ ਹੈਕ ਕਰਕੇ ਉੱਪਰ ਮੈਸੇਜ ਪਾਉਂਦੇ ਕਿ ਹਾਂਜੀ ਕਰ ਲਈ ਹੈਕ, ਹੁਣ ਦੱਸੋ ਤੁਸੀਂ ਕੀ ਕਰਨਾ। ਸੋ ਇਹਦਾ ਮਤਲਬ ਫਿਰ ਇਹਦੇ ਵਿੱਚੋਂ ਗਾਹਾਂ ਉਹ ਡਾਰਕ ਵੈਬ ਤੇ ਚਲੇ ਗਏ ਆ। ਸੋ ਸਿੱਧੀ ਗੱਲ ਆ ਜੀ ਕਿ ਇਹ ਜਿਹੜੀ ਡੀਪ ਵੈਬ ਦੀ ਇਨਫੋਰਮੇਸ਼ਨ, ਜਿੰਨੀ ਵੀ ਇਹਦੇ ਵਿੱਚ ਇਨਫੋਰਮੇਸ਼ਨ ਚੱਲਦੀ ਹੈ, ਖੁਫੀਆ ਹੁੰਦੀ ਆ, ਸਾਡੀ ਪਹੁੰਚ ਹੈ ਹੀ ਨਹੀਂ ਹੈਗੀ। ਜੇ ਅਸੀਂ ਆਪਣੇ IT ਸੈੱਲ ਉਹਦੇ ਪਰ ਲਾ ਵੀ ਦਈਏ ਤਾਂ ਜੀ ਮੇਰੇ ਹਿਸਾਬ ਦੇ ਨਾਲ ਉੱਥੇ ਤੱਕ ਪਹੁੰਚਣਾ ਬਹੁਤ ਬਹੁਤ ਔਖਾ ਹੋ ਜਾਂਦਾ ਆ। ਪਹਿਲੀ ਵਾਰ FBI ਨੇ 2013 ਦੇ ਵਿੱਚ ਇਹ ਰੈਕਟ ਫੜਿਆ ਸੀਗਾ, ਜਿਹਦਾ ਨਾਂ ਨਹੀਂ ਰੱਖਿਆ ਸੀਗਾ ਸਿਲਕ ਰੋਡ, ਡੀਪ ਵੈਬ ਦੇ ਵਿੱਚ। ਕਾਫੀ ਉਦੋਂ ਗੱਲ ਇਹਦੇ ਉੱਤੇ ਚੱਲੀ, ਉਹਦੇ ਵਿੱਚ ਇਹਨਾਂ ਨੇ ਯਾਨੀ ਨਸ਼ਰ ਕੀਤਾ ਸੀਗਾ ਵੀ ਜਿਹੜਾ ਨਸ਼ੇ ਦਾ ਕਾਰੋਬਾਰ ਨੈਟ ਦੇ ਉੱਪਰ ਚੱਲਦਾ, ਜਿਹੜਾ ਸਾਨੂੰ ਲੱਗਦਾ ਤਾਂ ਹੈਗਾ ਵੀ ਨਸ਼ਾ ਨੈਟ ਦੇ ਉੱਪਰ ਵਿਕਦਾ, ਪਰ ਸਾਨੂੰ ਦੀਦਾ ਤਾਂ ਹੈ ਨਹੀਂਗਾ। ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਬਾਹਰ ਕੌਣ ਆ, ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਸੈਲਰ ਕੌਣ ਆ, ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਚੀਜ਼ ਵੇਚੀ ਕਿਹੜੀ ਆ, ਤੇ ਸਾਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਟ੍ਰਾਂਜੈਕਸ਼ਨ ਪੈਸਿਆਂ 'ਚ ਹੋਈ ਹੈ ਜਾਂ ਕੱਚ ਹੋਈ ਆ। ਸੋ ਉਦੋਂ ਦਾ ਰੈਕਟ ਫੜਿਆ ਹੋਇਆ 2013 ਦਾ। ਤੇ ਹੁਣ ਜੇ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਪਿਛਲੇ ਹਫ਼ਤੇ ਇਹਨਾਂ ਨੇ ਇੱਕ ਰੈਕਟ ਫੜਿਆ ਆ। ਉਹਦੇ ਵਿੱਚ ਵੀ ਇਹਨਾਂ ਨੇ ਇਹੀ ਪਤਾ ਕੀਤਾ ਕਿ ਜਿਹੜੇ ਨਸ਼ੇ ਦਾ ਕਾਰੋਬਾਰ ਹੈ ਨਾ, ਇਹਦੇ ਵਿੱਚ ਬੜੀ ਮਤਲਬ ਕਿ ਮੁਹਾਰਤ ਦੇ ਨਾਲ ਚੱਲਦਾ ਆ। ਤਾਂ ਬੜਾ ਇਹ ਕਹਿ ਸਕਦੇ ਆ ਕਿ ਗੁੰਝਲਦਾਰ ਗੇਮ ਆ ਕਿ ਜਿਹੜਾ ਸਧਾਰਨ ਮਨੁੱਖ ਆ ਉਹਦੇ ਲਈ ਦਲਜੀਤ ਦੀ ਬਹੁਤ ਇਹ ਔਖੀ ਕੌਡੀ ਆ ਕਿ ਉਹਨੂੰ ਸਮਝ ਸਕੇ। ਨਹੀਂ, ਜਿੱਦਾਂ ਤੁਸੀਂ ਨਸ਼ਿਆਂ ਦੀ ਗੱਲ ਕੀਤੀ ਆ ਵੀ ਕੋਈ ਨਾ ਕੋਈ ਤਾਂ ਇਦਾਂ ਦੀ ਹੈਗੀ ਆ ਘੁੰਡੀ, ਵੀ ਜਿੱਦਾਂ ਕੈਪਟਨ ਅਮਰਿੰਦਰ ਸਿੰਘ ਨੇ ਕਹਿਤਾ ਜੀ ਮੈਂ 2 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰ ਦੇਣਾ, ਤੇ ਪੁਲਿਸ ਫੋਰਸ ਪੂਰੀ ਲਾ ਕੇ ਵੀ ਇਦਾਂ ਨਹੀਂ ਵੀ ਉਹਨੇ ਯਤਨ ਨਹੀਂ ਕੀਤੇ, ਜਾਂ ਹੁਣ ਦੀ ਸਰਕਾਰ ਵੀ ਦੇਖਦੀ ਹੈ ਨਸ਼ੇ ਉੱਥੇ ਦਾ ਉੱਥੇ ਹੀ ਆ। ਇਹ ਇੱਕ ਲੱਗਦਾ ਆ ਵੀ ਇੰਟਰਨੈਸ਼ਨਲ, ਜਿੱਦਾਂ ਤੁਸੀਂ ਗੱਲ ਕੀਤੀ ਆ ਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਐਡਾ ਜ਼ਿਆਦਾ ਇਹਦਾ ਪਸਾਰਾ ਹੋ ਚੁੱਕਾ ਆ, ਜਾਂ ਇਨਵੋਲਵਮੈਂਟ ਇੰਨੀ ਜ਼ਿਆਦਾ ਹੋ ਚੁੱਕੀ ਆ ਕਿ ਆਪਾਂ ਉਹਨੂੰ ਲੋਕਲੀ ਲੈਵਲ ਦੇ ਉੱਤੇ ਦੇਖੀ ਜਾਂਦੇ ਆ, ਜਦ ਕਿ ਇਹਦੀ ਜਿਹੜੀ ਭੂਮਿਕਾ ਆ ਉਹ ਹੋਰ ਲੋਕ ਜਿਹੜੇ ਨਿਭਾ ਰਹੇ ਆ। ਜੀ ਬਿਲਕੁਲ ਦਲਜੀਤ ਜੀ, ਦੇਖੋ ਜਿਹੜੇ ਰਾਜਨੀਤਿਕ ਆਪਣੇ ਲੀਡਰ ਲੋਕ ਨੇ, ਉਹਨਾਂ ਨੇ ਤਾਂ ਆਪਣੇ ਵੋਟਾਂ ਦੇ ਹਿਸਾਬ ਦੇ ਨਾਲ ਉਹ ਜਿੰਨੇ ਕੁ ਨੂੰ ਅਟਰੈਕਟ ਕਰਨਾ ਹੁੰਦਾ ਉਸ ਹਿਸਾਬ ਨਾਲ ਉਹਨਾਂ ਨੂੰ ਉਨੀ ਕੁ ਨੌਲੇਜ ਹੁੰਦੀ ਹੈ, ਉਸ ਹਿਸਾਬ ਨਾਲ ਉਨੀ ਕੁ ਵਰਡਿੰਗ ਲਾ ਕੇ ਬੋਲਦੇ ਅਸੀਂ ਖਤਮ ਕਰ ਦਾਂਗੇ। ਮੈਨੂੰ ਲੱਗਦਾ ਉਹ ਉਸ ਨਸ਼ੇ ਦੀ ਖਤਮ ਕਰਨ ਦੀ ਗੱਲ ਕਰਦਾ ਜਿਹੜਾ ਉੱਥੇ ਹੱਟੀਆਂ ਹੁੱਟੀਆਂ 'ਚ ਮਾੜਾ ਮੋਟਾ ਵਿਕਦਾ ਆ। ਲੇਕਿਨ ਜਿਹੜਾ ਇੱਕ ਵੱਡੇ ਸਕੇਲ ਦੇ ਉੱਪਰ ਜਿਹੜਾ ਲੈਣਾ ਦੇਣਾ ਹੁੰਦਾ ਉਹ ਇਹਨਾਂ ਦੀ ਪਹੁੰਚ ਦੇ ਵਿੱਚ ਹੈ ਨਹੀਂ ਗਾ। FBI ਇੱਕ ਵਾਰ ਪਹੁੰਚ ਸਕੀ ਆ, ਸਾਡਾ ਸਰਕਾਰੀ ਤੰਤਰ ਇੱਕ ਵਾਰ ਪਹੁੰਚ ਸਕਿਆ ਉਹਦੇ ਉੱਪਰ, ਲੇਕਿਨ ਉਹਦੇ ਪਿੱਛੇ ਉਹਨਾਂ ਨੇ ਕਿੰਨੀ ਕੋਸ਼ਿਸ਼ ਕੀਤੀ ਹੋਣੀ ਕਿੰਨੇ ਸਾਲਾਂ ਦੀ। ਕਿਉਂਕਿ ਜਿਹੜੇ ਇੰਟਰਨੈਟ ਦੇ ਉੱਪਰ ਦਲਜੀਤ ਜੀ ਪ੍ਰੋਗਰਾਮਰ ਬੈਠੇ ਨੇ, ਪ੍ਰੋਗਰਾਮਰ ਨੂੰ ਫੜਨਾ ਆਮ ਬੰਦੇ ਦੇ ਬਸ ਦੀ ਗੱਲ ਨਹੀਂ। ਪ੍ਰੋਗਰਾਮਰ ਫੜ ਸਕਦਾ ਹੈ ਜਿਹੜਾ ਉਹ ਤੋਂ ਖਰਾ ਆ, ਜਿਹੜਾ ਉਹ ਤੋਂ ਉੱਤੇ ਹੋਇਆ। ਸੋ ਜਾਨੀ ਸਾਡੇ ਕੋਲ ਇੱਕ ਤਕੜੀ ਮੱਛੀ ਵਿੱਚ ਬੈਠੀ ਆ, ਕਹਿ ਲਓ ਕਿ ਮਗਰਮੱਛ ਬੈਠਾ ਹੈ, ਜੇ ਇਸ ਮਗਰਮੱਛ ਨੂੰ ਨੱਥ ਪਾਉਣਾ ਆ ਤੁਹਾਨੂੰ ਉਹ ਤੋਂ ਤਕੜਾ ਮਗਰਮੱਛ ਲਿਆਉਣਾ ਪਏਗਾ। ਪਰ ਇਹ ਵੀ ਸੰਭਵ ਹੈ ਕਿ ਉਹ ਤਕੜਾ ਮਗਰਮੱਛ ਨੂੰ ਹੱਥ ਪਾਉਂਦਾ ਇਹ ਹੋਰ ਪਾਵਰਫੁਲ ਹੋ ਜਾਏ, ਇਹਨੂੰ ਹੀ ਹੱਥ ਪਾ ਲਵੇ। ਇੱਦਾਂ ਬਹੁਤ ਵਾਰ ਹੋਇਆ ਕਿ ਪੂਰੇ ਦੇ ਪੂਰੇ ਕੰਟਰੀ ਦਾ ਇੰਟਰਨੈਟ ਹੈਕ ਕਰ ਲੈਂਦੇ ਆ ਇਹ, ਤੇ ਉਹਨੂੰ ਕਈ ਵਾਰ ਉਸ ਤੋਂ ਬਾਅਦ ਕਿਹਾ ਜਾਂਦਾ ਵੀ ਇੰਨੇ ਪੈਸੇ ਦਿਓ ਤਾਂ ਅਸੀਂ ਤੁਹਾਨੂੰ ਕਰਦਾ। ਇਹ ਵੀ ਇੱਕ ਬਹੁਤ ਵੱਡੀ ਡੀਲਿੰਗ ਜਿਹੜੀ ਹੈ ਇਹ ਵੀ ਚੱਲਦੀ ਹੈ। ਜੀ ਬਿਲਕੁਲ। ਸੋ ਜਿਹੜਾ ਹੁਣ ਇੰਡੀਆ ਦੇ ਵਿੱਚ ਰੈਕਟ ਫੜ ਹੋਇਆ ਆ, ਇਹ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਪਿਛਲੇ ਮੰਗਲਵਾਰ ਇਹਨਾਂ ਨੇ ਇਹ ਪਰਦਾਫਾਸ਼ ਕੀਤਾ ਸੀਗਾ। ਇਹਦੇ ਵਿੱਚ ਜਿਹੜੇ ਦਲਜੀਤ ਜੀ ਨਸ਼ੀਲੇ ਪਦਾਰਥ ਵੇਚੇ ਖਰੀਦੇ ਜਾਂਦੇ ਆ ਨਾ, ਉਹਨਾਂ ਨੂੰ ਜਿੱਦਾਂ ਕਹਿੰਦੇ ਨੇ ਉਹਨਾਂ ਨੇ ਇੱਦਾਂ ਲਿਖਿਆ ਕਿ 15,000 LSD ਬਲੌਟ, ਇੱਥੇ ਟਰਮ ਬਲੌਟ ਯੂਜ਼ ਕੀਤੀ ਜਾਂਦੀ, ਨਾ ਕੋਈ ਕਿਲੋ ਯੂਜ਼ ਕਰਦਾ ਨਾ ਕੋਈ ਕੁਆਂਟਲ ਯੂਜ਼ ਕਰਦਾ ਆ। ਤੇ 6 ਗ੍ਰਿਫਤਾਰੀ ਉਹਨਾਂ ਨੇ ਕਿਹਾ ਆ। ਹੁਣ LSD ਕੀ ਆ? ਇਹ ਹੈਗਾ ਲਾਈਸਰਜਿਕ ਐਸਿਡ
ਡਾਈਥਾਈਲਾਮਾਈਡ, ਥੋੜਾ ਸਾਇੰਸ ਵਾਲਾ ਨਾਮ ਆ, ਜਿਹਨੂੰ ਸੌਖੀ ਭਾਸ਼ਾ 'ਚ ਦਰਸ਼ਕਾਂ ਦੇ ਸਨਮੁਖ ਕਰਨਾ ਹੋਵੇ ਤਾਂ ਆਪਾਂ ਕੀ ਕਹਿ ਸਕਦੇ ਵੀ ਇੱਕ ਰਸਾਇਣਕ ਪਦਾਰਥ ਹੈ ਜਿਹਨੂੰ ਆਪਾਂ ਸਿੰਥੈਟਿਕ ਰਸਾਇਣਿਕ ਆਧਾਰਿਤ ਡਰੱਗ ਕਹਿ ਸਕਦੇ ਹਾਂ, ਤੇ ਜਿਹਨੂੰ ਆਪਾਂ ਚਿੱਟਾ ਵੀ ਕਹਿ ਹੀ ਸਕਦੇ ਹਾਂ, ਪੰਜਾਬੀ ਦਾ ਆਪਾਂ ਉਹਨੂੰ ਚਿੱਟਾ ਕਹਿ ਦਿੰਦੇ ਹਾਂ। ਹੁਣ ਉਹਦੇ ਵਿੱਚ ਇਹਨਾਂ ਨੇ ਐਗਜ਼ੈਕਟਲੀ ਫਾਈਂਡ ਆਊਟ ਇਹ ਕਰ ਲਿਆ ਦਲਜੀਤ ਜੀ ਕਿ ਇਹਦੇ ਵਿੱਚ ਪੈਸੇ ਦਾ ਲੈਣ ਦੇਣ ਨਹੀਂ ਕਰਦੇ ਹੈਗੇ, ਇਹਦੇ ਵਿੱਚ ਮੁਦਰਾ ਦਾ ਲੈਣ ਦੇਣ ਨਹੀਂ ਹੁੰਦਾ, ਇਹਦੇ ਵਿੱਚ ਕ੍ਰਿਪਟੋ ਕਰੰਸੀ ਦਾ ਲੈਣ ਦੇਣ ਹੁੰਦਾ। ਤੁਸੀਂ ਕ੍ਰਿਪਟੋ ਕਰੰਸੀ ਕਿੱਦਾਂ ਫੜ ਲੂਗੇ, ਲੇਕਿਨ ਲੱਭ ਲਿਆ ਆ, ਪਰ ਇਹ ਬੜਾ ਔਖਾ ਆ। ਸੋ ਇਹ ਜਿਹੜਾ ਰੈਕਟ ਸੀਗਾ, ਜਿੱਦਾਂ ਆਪਾਂ ਕਹਿੰਦੇ ਵੀ ਸਾਡੇ ਲੀਡਰਾਂ ਨੇ ਕਹਿ ਤਾ ਲੈ ਮੈਂ ਤਾਂ ਹਫ਼ਤੇ ਦੇ ਵਿੱਚ ਖਤਮ ਕਰ ਦੂੰਗਾ, ਇਹ ਨਹੀਂ, ਇੱਦਾਂ ਨਹੀਂ ਖਤਮ ਹੋਣਾ, ਪੂਰਾ ਵਰਲਡ ਜੁੜਿਆ ਹੋਇਆ ਆ। ਇਸ ਰੈਕਟ ਦੇ ਵਿੱਚ 4 ਮੁਲਕ ਸੀਗੇ, ਸਾਡੇ ਕੋਲ ਪੋਲੈਂਡ ਸੀਗਾ, ਸਾਡੇ ਕੋਲ ਨੀਦਰਲੈਂਡ, ਹਾਲੈਂਡ ਤੇ USA ਦਾ ਨਾਲ ਜੁੜਿਆ ਹੋਇਆ, ਤੇ ਨਾਲ ਇੰਡੀਆ ਦਾ ਜੁੜਿਆ ਹੋਇਆ। ਤੇ ਇਹਦੇ ਵਿੱਚ ਹੁਣ ਤੁਸੀਂ ਇੰਨੇ ਵੱਡੇ ਰੈਕਟ ਨੂੰ ਹੱਥ ਪਾਉਣਾ ਇਹ ਬਹੁਤ ਮੁਸ਼ਕਿਲ ਵਾਲੀ ਗੱਲ ਆ। ਠੀਕ ਆ, ਤੁਸੀਂ ਫੜ ਲਿਆ ਆ, ਲੇਕਿਨ ਗ੍ਰਿਫਤਾਰੀਆਂ ਤੁਸੀਂ ਉਹ ਕੀਤੀਆਂ ਜਿਹੜੇ ਇੰਡੀਆ ਦੇ ਵਿੱਚ ਉਹਨਾਂ ਦੇ ਛੋਟੇ ਲੈਵਲ ਦੇ ਉੱਪਰ ਉਹ ਕੰਮ ਕਰਦੇ ਹੋਣਗੇ, ਜਿਹੜੇ ਵੱਡੇ ਉਹ ਘੜਿਆਲ ਬੈਠੇ ਨੇ, ਬਹੁਤ ਔਖਾ ਜੀ ਉਹਨਾਂ ਤੱਕ ਪਹੁੰਚਣਾ। ਖੈਰ, ਤੇ ਦੋਸਤੋ ਅੱਜ ਜਿਹੜੀ ਵਿਚਾਰ ਚਰਚਾ ਇਹੀ ਸੀ ਕਿ ਅੱਜ ਦੇ ਵਰਲਡ ਦੇ ਵਿੱਚ ਜਿਹੜੀਆਂ ਠੱਗੀਆਂ ਆ ਉਹ ਤਾਂ ਵੱਜਦੀਆਂ, ਪਰ ਜਿਹੜੇ ਮੁਹਾਰਤ ਵਾਲੇ ਲੋਕ ਨੇ, ਸ਼ਾਇਦ ਇਹ ਵੀ ਹੋ ਸਕਦਾ ਕਿ ਜਿਹੜੀ ਆਪਣੀ ਸਮਰੱਥਾ ਆ ਉਹਨੂੰ ਜੇ ਸਹੀ ਪਾਸੇ ਵਿੱਚ ਲਾਉਂਦੇ ਆ ਤਾਂ ਤੁਸੀਂ ਮਹਾਨ ਕੰਮ ਕਰਦੇ ਹੁੰਦੇ ਆ, ਪਰ ਉਸੇ ਜਿਹੜੀ ਤੁਸੀਂ ਆਪਣੀ ਮਨੁੱਖੀ ਸ਼ਕਤੀ ਨੂੰ ਵੇਸਟੇਜ ਕਰਦੇ ਹੋ ਇੱਕ ਤਰ੍ਹਾਂ ਦੇ ਨਾਲ, ਜਦੋਂ ਤੁਸੀਂ ਉਹ ਗਲਤ ਕੰਮਾਂ ਦੇ ਲਈ ਵਰਤਦੇ ਹੋ ਤੇ ਮਨੁੱਖਤਾ ਦਾ ਨੁਕਸਾਨ ਕਰਦੇ ਹੋ, ਤਾਂ ਆਪਣੀ ਜਿਹੜੀ ਕਾਬਲੀਅਤ ਆ ਉਹ ਸਹੀ ਪਾਸੇ ਜ਼ਰੂਰ ਯੂਜ਼ ਕਰਨੀ ਚਾਹੀਦੀ ਆ। ਪਰ ਇਹ ਮੁਹਾਰਤ ਵਾਲੇ ਲੋਕ ਜਿਹੜੇ ਨੇ ਇੱਕ ਤਰ੍ਹਾਂ ਦੀ ਹੁਣ ਸਮੱਸਿਆ ਜਿਹੜੀ ਆ ਉਹ ਬਣ ਚੁੱਕੇ ਨੇ। ਤੇ ਖੈਰ, ਲੱਗਦਾ ਕਿ ਤੁਹਾਨੂੰ ਇਹ ਬੜਾ ਪ੍ਰੋਗਰਾਮ ਜਿਹੜਾ ਆ ਪਸੰਦ ਆਇਆ ਹੋਵੇਗਾ, ਇਨਫੋਰਮੇਸ਼ਨ ਬਹੁਤ ਵਧੀਆ ਆ। ਜੀ ਜਾਣ ਤੋਂ ਪਹਿਲਾਂ ਨਾ ਇਸ ਵਿਸ਼ੇ ਤੋਂ ਮੈਂ ਇੱਕ ਤੁਹਾਨੂੰ ਇੰਟਰਸਟਿੰਗ ਗੱਲ ਹੋਰ ਦੱਸ ਦਵਾਂ। ਜਦੋਂ ਤੁਸੀਂ ਕਹਿੰਦੇ ਵੀ ਮੁਹਾਰਤ ਵਾਲਾ ਕੰਮ ਇਹ ਮੁਹਾਰਤ ਵਾਲਾ ਹੀ ਆ। ਹਾਂ, ਤੁਸੀਂ ਇਸ ਕੰਮ ਦੀ ਕਾਬਲੀਅਤ ਨੂੰ ਪੁੱਠੇ ਪਾਸੇ ਲਾਉਣਾ ਕਿ ਸਿੱਧੇ ਪਾਸੇ? ਹਾਂ, ਪੁੱਠੇ ਪਾਸੇ ਵਾਲੀ ਐਗਜ਼ਾਮਪਲਾਂ ਤਾਂ ਬਹੁਤ ਨੇ ਕਿ ਤੁਸੀਂ ਹੈਕ ਕਰ ਲਓ, ਤੁਸੀਂ ਸਰਕਾਰਾਂ ਨੂੰ ਫਸਾ ਦਿਓ, ਉਹਨਾਂ ਤੋਂ ਫਰੌਤੀ ਮੰਗੋ, ਜਾਂ ਕੰਪਨੀਆਂ ਨੂੰ ਹੈਕ ਕਰ ਲਓ ਤੇ ਉਹਨਾਂ ਤੋਂ ਫਰੌਤੀ ਮੰਗ ਲਓ। ਆਸਟ੍ਰੇਲੀਆ ਦੇ ਵਿੱਚ ਆਪਾਂ ਗੱਲ ਕਰ ਲੈਂਦੇ ਹਾਂ, ਇੰਸ਼ੋਰੈਂਸ ਕੰਪਨੀ ਹੈਕ ਹੋਈ ਆ, ਆਪਟਸ ਨੈਟਵਰਕ ਹੈਕ ਹੋਇਆ, ਕਾਮਨਵੈਲਥ ਦਾ ਵੀ ਬੈਂਕ ਦਾ ਵੀ ਨੈਟਵਰਕ ਹੈਕ ਹੋ ਚੁੱਕਾ ਆ। ਤਾਂ ਇਹ ਤਾਂ ਹੋ ਗਿਆ ਦਿਮਾਗ ਨੂੰ ਪੁੱਠੇ ਪਾਸੇ ਲਾ ਲਿਆ ਕਿ ਪੈਸੇ ਬਣਾਉਣ ਦੇ ਲਈ। ਹੁਣ ਮੇਰਾ ਇਹਦੇ ਵਿੱਚ ਹੁਣ ਜਾਂਦੇ ਜਾਂਦੇ ਸੁਨੇਹਾ ਇਹ ਵੀ ਆਪਣੀ ਪੰਜਾਬੀ ਕੌਮ ਦੇ ਲਈ ਕਿ ਪੰਜਾਬੀ ਕੌਮ ਦੇ ਵਿੱਚ ਤਾਂ ਪੁੱਠੇ ਪਾਸੇ ਵੀ ਨਹੀਂ ਕੋਈ ਨਿਕਲ ਰਿਹਾ। ਇੱਕ ਪਾਸੇ 14 ਸਾਲ ਦਾ ਛੋਟਾ, ਜਿਹਨੂੰ ਆਪਾਂ ਨੌਜਵਾਨ ਕਹਿ ਸਕਦੇ, ਛਲਾਰੂ ਵੀ ਕਹਿ ਸਕਦੇ, ਪੰਜਾਬੀ ਤੋਂ ਉਹਨੂੰ ਛਲਾਰੂ ਹੀ ਕਹਿੰਦੇ, ਵੀ 14 ਸਾਲ ਦਾ ਨਿਆਣਾ ਛਲਾਰੂ ਆ, ਉਹਨੂੰ ਟੈਸਲਾ ਕੰਪਨੀ ਦਾ ਮਾਲਕ ਆਪਣਾ ਸਟਾਰਲਿੰਕ ਦੇ ਇੰਜੀਨੀਅਰ ਦੇ ਤੌਰ ਤੇ ਰੱਖ ਰਿਹਾ ਆ। ਤੇ ਉਹਨੂੰ ਪੱਤਰਕਾਰ ਪੁੱਛਦੇ ਨੇ ਕਿ ਤੁਹਾਨੂੰ ਹੈਰਾਨੀ ਹੋਈ ਹੋਣੀ ਆ ਬਹੁਤ ਜਦੋਂ ਤੁਹਾਨੂੰ ਉਹਨਾਂ ਨੂੰ ਆਫਰ ਦਿੱਤੀ ਹੈ? ਕਹਿੰਦਾ ਨਾ, ਮੈਨੂੰ ਤਾਂ ਨਹੀਂ ਕੋਈ ਹੈਰਾਨੀ ਹੋਈ ਹੈਗੀ, ਮੈਨੂੰ ਤਾਂ ਪਤਾ ਹੀ ਹੈ ਮੇਰੀ ਕਹਿੰਦਾ ਕਾਬਲੀਅਤ ਦਾ। ਮੈਂ ਕਿਹੜਾ ਕਹਿੰਦਾ ਉਹਨੂੰ ਜੈਸ ਕੀਤੀ ਆ ਜੀ, ਮੈਨੂੰ ਕਹਿੰਦਾ ਮੈਂ ਪਹਿਲਾਂ ਆਪਣੀ ਪੜ੍ਹਾਈ ਖਤਮ ਕਰ ਲੈਂਦਾ ਜੀ, ਮੈਂ ਬਹੁਤ ਕੰਮ ਕਰਨਾ ਆ, ਤੇ ਨਾ ਸਾਲ 1.5 ਸਾਲ ਤੱਕ ਤੇਰੀ ਕੰਪਨੀ 'ਚ ਮੈਂ ਆਉਣਾ ਆ। ਉਹ ਕਹਿੰਦਾ ਠੀਕ ਆ ਜੀ। ਕਾਬਲੀਅਤ ਹੈ ਇਹ, ਲੇਕਿਨ ਇਹ ਹੁਣ ਮਨੁੱਖੀ ਇਹਦੇ ਵਿੱਚ ਇਹ ਹੈ ਕਿ ਕਾਬਲੀਅਤ ਤਾਂ ਸਾਡੇ ਪੰਜਾਬ ਦੇ ਵਿੱਚ ਵੀ ਬੱਚਿਆਂ ਦੇ ਕੋਲ ਬਹੁਤ ਵੱਡੀ ਆ, ਪਰ ਇਹ ਹੈ ਕਿ ਅਸੀਂ ਕੀ ਉਹਨਾਂ ਨੂੰ ਵਾਤਾਵਰਨ ਵੀ ਉਹ ਦੇ ਰਹੇ ਹਾਂ? ਵਾਤਾਵਰਨ ਤਾਂ ਅਸੀਂ ਉੱਦਾਂ ਦਾ ਦਿੰਦੇ ਹੀ ਨਹੀਂ। ਵਾਤਾਵਰਨ ਤਾਂ ਸਾਡਾ ਜਿਹੜਾ ਆ, ਜੇ ਅਸੀਂ ਪਿੰਡਾਂ ਦੀ ਵੀ ਗੱਲ ਕਰ ਲਈਏ, ਈਵਨ ਸ਼ਹਿਰਾਂ ਦੀ ਵੀ ਆਪਾਂ ਗੱਲ ਜਿਹੜੀ ਕਰ ਲਈਏ, ਸਕੂਲਾਂ ਦਾ ਅਸੀਂ ਮਿਆਰ ਦੇਖ ਲਈਏ, ਜੇ ਹੁਣ ਉਹ 14 ਸਾਲਾਂ ਵਾਲਾ ਬੱਚਾ ਆ, ਦੈਟ ਮੀਨਸ ਕਿ ਉਹਦੇ ਕੋਲ ਐਕਸੈਸ ਸੀ ਇੰਟਰਨੈਟ ਦੀ ਛੋਟੇ ਹੁੰਦੇ 3-4 ਸਾਲ ਤੋਂ ਹੀ, ਸ਼ਾਇਦ 2 ਸਾਲ ਤੋਂ ਹੀ ਉਹਦੀ ਐਕਸੈਸ ਸੀ। ਜਦ ਕਿ ਸਾਡੇ ਜਿਹੜੇ ਬੱਚੇ ਆ, ਤੁਸੀਂ ਪਿੰਡ ਸਕੂਲਾਂ ਦੇ ਵਿੱਚ ਦੇਖ ਲਓ ਜਾ ਕੇ, ਸਰਕਾਰੀ ਸਕੂਲਾਂ ਦੇ ਵਿੱਚ ਜੇ ਤੁਹਾਡੇ ਕੋਲ 30-35 ਜਿਹੜੇ ਕੰਪਿਊਟਰ ਪਏ ਵੀ ਉੱਤੇ, ਉਹਦੇ ਉੱਤੇ ਜਾ ਕੇ ਕਹਿੰਦੇ ਜੀ ਅਸੀਂ ਕਲਰ ਕਰੀ ਜਾਂਦੇ ਹਾਂ। ਉਹਨਾਂ ਨੂੰ ਇੰਟਰਨੈਟ ਤੱਕ ਐਕਸੈਸ ਜਿਹੜੀ ਆ ਉਹ ਮਿਲਣ ਦੇ ਲਈ ਗੌਰਮੈਂਟ ਵੱਲੋਂ ਇੰਨਾ ਪੈਸਾ ਹੀ ਨਹੀਂ ਹੁੰਦਾ, ਤੇ ਜਿਹੜੀ ਇੰਟਰਨੈਟ ਯੂਜ਼ ਵੀ ਕਰਦੇ ਆ ਉਹ ਜਿਹੜੇ ਟੀਚਰ ਆ ਉਹ ਆਦਾਨ ਪ੍ਰਦਾਨ ਵਿੱਚ, ਉੱਥੇ ਅਸੀਂ ਕਾਬਲੀਅਤ ਕਿੱਦਾਂ ਕੱਢ ਸਕਦੇ ਹਾਂ, ਹੈ ਨਾ? ਤੇ ਇਹਦੇ ਉੱਤੇ ਜ਼ਰੂਰ ਦੇਖਣਾ ਪੈਣਾ ਕਿ ਜੇ ਅਸੀਂ ਵਰਲਡ ਲੈਵਲ ਦੀ ਐਜੂਕੇਸ਼ਨ ਸਿਸਟਮ ਅਸੀਂ ਬਣਾਉਣਾ ਆ ਤੇ ਅਸੀਂ ਉਹ ਬੱਚਿਆਂ ਨੂੰ ਉੱਥੇ ਤੱਕ ਲੈ ਕੇ ਜਾਣਾ ਆ, ਤੇ ਉਹਦੇ ਲਈ ਸਾਨੂੰ ਜਿਹੜੀਆਂ ਉਹ ਸੁੱਖ ਸਹੂਲਤਾਂ ਆ ਜਿਹੜੀਆਂ ਕਿ ਸਕੂਲਾਂ ਦੇ ਵਿੱਚ ਹੋਣੀਆਂ ਚਾਹੀਦੀਆਂ ਬੱਚਿਆਂ ਤੋਂ, ਜੇ ਉਹਨਾਂ ਨੂੰ ਤੁਸੀਂ ਦੇਵਾਂਗੇ। ਹੁਣ ਜੇ ਗੇਮਾਂ ਵਿੱਚ ਵੀ ਇੱਦਾਂ ਹੀ ਆ, ਇਹਦੇ ਵਿੱਚ ਜੇ ਸਾਨੂੰ ਕੋਈ ਮੈਡਲ ਨਹੀਂ ਮਿਲਦਾ ਓਲੰਪਿਕ ਦੇ ਵਿੱਚ ਜਾਂ ਏਸ਼ੀਅਨ ਗੇਮਸ ਦੇ, ਸਾਡੇ ਖਿਡਾਰੀਆਂ ਦਾ ਕਸੂਰ ਥੋੜ੍ਹੀ ਆ, ਪਰ ਇਹ ਹੈ ਕਿ ਸਾਡੇ ਕੋਲ ਗਰਾਊਂਡਾਂ ਕਿੰਨੀਆਂ ਆ ਜੇ ਅਸੀਂ ਬਾਹਰਲੇ ਦੇਸ਼ਾਂ ਦੇ ਨਾਲ ਆਪਾਂ ਕੰਪੇਅਰ ਕਰੀਏ। ਇਹ ਵੀ ਜ਼ਰੂਰ ਦੇਖੋ, ਮੁੱਦੇ ਜਿਹੜੇ ਆ ਵਿਚਾਰ ਚਰਚਾ ਦੇ ਵਿੱਚ ਇਹ ਵਿਚਾਰਨ ਵਾਲੇ ਆ। ਅਗਲੇ ਪ੍ਰੋਗਰਾਮਾਂ ਦੇ ਵਿੱਚ ਇਹਦੇ ਉੱਤੇ ਵੀ ਆਪਾਂ ਵਿਚਾਰ ਜਿਹੜੀ ਕਰਾਂਗੇ। ਇਹ 'ਚ ਇੱਕ ਸੁਨੇਹਾ ਮੈਂ ਹੋਰ ਜ਼ਰੂਰ ਆਪਣੀ ਖਾਸ ਕਰਕੇ ਪੰਜਾਬੀ ਕੌਮ ਨੂੰ ਪਾਉਣਾ, ਕਿਉਂਕਿ ਅਸੀਂ ਉਸ ਭਾਸ਼ਾ ਦਾ ਵਰਤੋਂ ਕਰਦੇ ਹਾਂ। ਹਾਂਜੀ, ਇਸ ਲੜਕੇ ਨੂੰ ਜਦੋਂ ਪੱਤਰਕਾਰ ਕਹਿੰਦਾ ਖੁੰਦਾ ਪੱਤਰਕਾਰ ਹੈ, ਮੈਂ ਉਸ ਅਦਾਰੇ ਦਾ ਨਾਂ ਨਹੀਂ ਬੋਲਦਾ, ਉਹਨੇ ਪੁੱਛਿਆ ਵੀ ਤੁਸੀਂ 14 ਸਾਲ ਦੇ ਵਿੱਚ ਆਹ ਕੁਛ ਐਡੀ ਵੱਡੀ ਮਤਲਬ ਕਿ ਪ੍ਰਾਪਤੀ ਜੀ, ਕਿ ਐਡਾ ਤਕੜਾ ਤੂੰ ਪ੍ਰੋਗਰਾਮ ਬਣਿਆ। ਉਹਨੂੰ ਪੁੱਛਿਆ ਵੀ ਤੈਨੂੰ ਸੋਸ਼ਲ ਮੀਡੀਆ ਦੇ ਉੱਪਰ ਰੀਲਾਂ ਚੱਲਦੀਆਂ ਆ, ਟਿਕਟੋਕ ਆ ਜਾਂ ਇੰਸਟਾਗ੍ਰਾਮ ਆ ਜਾਂ ਫੇਸਬੁੱਕ ਆ, ਵੀ ਉਹਨਾਂ ਤੇ ਨਹੀਂ ਤੈਨੂੰ ਨਜ਼ਾਰਾ ਆਉਂਦਾ, ਉਹ ਤੇ ਨਹੀਂ ਜਾਂਦਾ? ਕਹਿੰਦਾ ਉਹ ਕੀ ਹੁੰਦਾ? ਮੈਂ ਤਾਂ ਕਹਿੰਦਾ ਦੇਖਿਆ ਨਹੀਂ, ਮੈਨੂੰ ਵੀ ਦਿਖਾ ਦਿਓ। ਮੈਂ ਦੇਖਿਆ ਇਹ ਕਿਹੜੀ ਟੈਕਨੀਕ ਤੇ ਬਣੀਆਂ ਹੋਈਆਂ, ਮੈਂ ਕੋਈ ਸੁਧਾਰ ਕਰ ਦਵਾਂ। ਬਿਲਕੁਲ। ਤੇ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ, ਈਵਨ ਕਿ ਉਹ ਤਾਂ 14 ਇੱਥੇ ਤਾਂ ਮੈਨੂੰ ਲੱਗਦਾ 24 ਸਾਲ ਵਾਲੇ, ਉਹ ਬਸ ਉੱਤੇ ਠੁਮਕੇ ਲਾਈ ਜਾਂਦੇ। ਉਹਦੇ ਵਿੱਚ ਕਿਉਂਕਿ ਉਹਨਾਂ ਨੂੰ ਸ਼ਾਇਦ ਦੱਸਿਆ, ਉਹਨਾਂ ਦੇ ਦਿਮਾਗ 'ਚ ਇਹ ਬਿਠਾ ਦਿੱਤਾ ਗਿਆ ਵੀ ਤਰੱਕੀ ਸ਼ਾਇਦ ਇਹਨੂੰ ਕਹਿੰਦੇ ਆ,
ਜਦੋਂ ਸਾਡੇ ਤੁਸੀਂ ਯੂਟਿਊਬਰ ਬਣ ਜਾਂਦੇ ਆ, ਤੁਹਾਨੂੰ ਮਿਲੀਅਨਸ ਦੇ ਵਿੱਚ ਵਿਊ ਆਉਣੇ ਸ਼ੁਰੂ ਹੋ ਜਾਂਦੇ ਆ, ਸਾਨੂੰ ਪੈਸੇ ਆਉਣੇ ਸ਼ੁਰੂ ਹੋ ਜਾਂਦੇ ਆ, ਫਿਰ ਤੁਸੀਂ ਕੋਠੀਆਂ ਬਣਾਉਣੀਆਂ ਸ਼ੁਰੂ ਕਰ ਦਿੰਦੇ ਆ, ਫਿਰ ਤੁਸੀਂ ਉਹਨਾਂ ਦੀਆਂ ਫੋਟੋਆਂ ਜਿਹੜੀਆਂ ਪਾਉਂਦੇ ਆ, ਮੈਂ ਕਾਰ ਇਦਾਂ ਦੀ ਲੈ ਲਈ ਆ, ਮੇਰਾ ਲਾਈਫ ਸਟਾਈਲ ਇਦਾਂ ਦਾ ਹੋ ਗਿਆ, ਭਾਵੇਂ ਝੂਠ ਹੁੰਦਾ ਉਹ ਜੀ। ਤੇ ਬਹੁਤ ਸਾਰੇ ਇਦਾਂ ਦੇ ਜਿਹੜੇ ਯੂਟਿਊਬਰ ਹੈਗੇ ਆ, ਜੇ ਤੁਸੀਂ ਉਹਨੇ ਪਰਸਨਲ ਲਾਈਫ ਦੇਖੋਗੇ ਉਹ ਇੰਨਾ ਹੈ ਨਹੀਂ, ਸ਼ੋਅ ਜ਼ਿਆਦਾ ਤੁਹਾਨੂੰ ਕਰਦੇ ਆ, ਪਰ ਜਿਹੜੀ ਤਰੱਕੀ ਇਹਨੂੰ ਨਹੀਂ ਹੁੰਦੇ। ਤਰੱਕੀ ਜਿਹੜੀ ਆ ਉਹ ਹੈਗੀ ਆ ਕਿ ਜਦੋਂ ਤੁਸੀਂ ਵਰਲਡ ਲੈਵਲ ਦੇ ਉੱਤੇ ਕੰਪੀਟ ਕਰਦੇ ਆ ਐਜੂਕੇਸ਼ਨ ਦੇ ਮਾਮਲੇ ਦੇ ਵਿੱਚ, ਤੇ ਆਸ ਕਰਦੇ ਆ ਕਿ ਅਸੀਂ ਇਸ ਵਿੱਚ ਵੀ ਇੱਕ ਨਾ ਇੱਕ ਦਿਨ ਜ਼ਰੂਰ ਕਾਮਯਾਬ ਹੋਵਾਂਗੇ ਤੇ ਸਰਕਾਰਾਂ ਵੀ ਇਸ ਮਾਮਲੇ ਦੇ ਉੱਤੇ ਜ਼ਰੂਰ ਕੰਮ ਕਰਨਗੀਆਂ। ਅੱਜ ਦਾ ਪ੍ਰੋਗਰਾਮ ਬੜਾ ਇਨਫੋਰਮੇਸ਼ਨ ਵਾਲਾ ਸੀ। ਲਸਾੜਾ ਸਾਹਿਬ ਥੋੜ੍ਹੀ ਜਿਹੀ ਟਾਈਮ ਦੀ ਵੀ ਆਪਣੇ ਕੋਲ ਬੰਦਿਸ਼ ਆ, ਜਿਹਦੇ ਕਰਕੇ ਕਿ ਆਪਾਂ ਹੁਣ ਅਗਲੇ ਪ੍ਰੋਗਰਾਮ ਵਿੱਚ ਹੋਰ ਕਿਸੇ ਵਿਸ਼ੇ ਦੇ ਉੱਤੇ ਗੱਲ ਕਰਾਂਗੇ। ਬੜਾ ਇੱਕ ਗੰਭੀਰ ਵਿਸ਼ਾ ਜਿਹੜਾ ਅੱਜ ਦਾ ਅਸੀਂ ਇਹ ਕੀਤਾ ਆ, ਤੇ ਇਹਦੇ ਉੱਤੇ ਹੋਰ ਵੀ ਆਪਾਂ ਵਧਾ ਸਕਦੇ ਹਾਂ। ਜੇ ਤੁਸੀਂ ਚਾਹੋ ਤਾਂ ਆਪਾਂ ਹੋਰ ਵੀ ਇਹਦੇ ਉੱਤੇ ਜਿਹੜੀ ਵਧਾ ਚੜਾ ਕੇ ਗੱਲਬਾਤ ਜਿਹੜੀ ਆ ਕਰ ਸਕਦੇ ਹੋ। ਤੇ ਜੇ ਤੁਹਾਨੂੰ ਚੰਗਾ ਲੱਗੇ, ਸੁਝਾਅ ਤੁਸੀਂ ਦੇਣਾ ਚਾਹੋ ਤਾਂ ਜ਼ਰੂਰ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਇੰਡਸ ਟੀਵੀ ਦੇ ਉੱਤੇ। ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਲਸਾੜਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਹੁਣ ਮੈਨੂੰ ਦਲਜੀਤ ਸਿੰਘ ਨੂੰ ਦਿਓ ਇਜਾਜ਼ਤ, ਮਿਲਾਂਗੇ ਅਗਲੇ ਹਫ਼ਤੇ ਵਿਚਾਰ ਚਰਚਾ ਦੇ ਵਿੱਚ। ਤਦ ਤੱਕ ਲਈ ਸਤਿ ਸ੍ਰੀ ਅਕਾਲ, ਰੱਬ ਰਾਖਾ।